हाँ जी डियर स्टूडेंट्स, अपना अज का 10 सितंबर का जो लैक्चर है ਉਹਦੇ ਵਿੱਚ ਆਪਾਂ ਅੱਗੇ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਨੇ ਡਿਸਕਸ ਕਰਨਾ ਹੈ ਆਰਡਰ ਆਫ ਐਨ ਐਲੀਮੈਂਟ। ਮਤਲਬ ਕਿ ਗਰੁੱਪ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੁੰਦੇ ਆ ਹਰ ਇੱਕ ਦਾ ਆਪਣਾ ਆਪਣਾ ਡਿਫਰੈਂਟ ਆਰਡਰ ਹੁੰਦਾ ਹੈ। ਤਾਂ ਇਹ ਦੇਖਣਾ ਹੈ ਕਿ ਕਿਸੇ ਵੀ ਐਲੀਮੈਂਟ ਦਾ ਆਰਡਰ ਆਪਾਂ ਕਿਵੇਂ ਫਾਈਂਡ ਕਰ ਸਕਦੇ ਹਾਂ ਤੇ ਆਰਡਰ ਸਭ ਤੋਂ ਪਹਿਲਾਂ ਹੁੰਦਾ ਕੀ ਹੈ ਨਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਰਡਰ ਹੈ ਕੀ ਹੈ ਤੇ ਫਿਰ ਉਹਨੂੰ ਕਿਵੇਂ ਫਾਈਂਡ ਆਊਟ ਕਰਦੇ ਨੇ। ਤਾਂ ਜਿਵੇਂ ਸਪੋਜ਼ ਕਰੋ ਆਪਣੇ ਕੋਲ ਇੱਥੇ A ਗਰੁੱਪ ਦਾ ਕੋਈ ਵੀ ਐਲੀਮੈਂਟ ਹੈ, ਲੈਟ A be an element of the group G। ਕਹਿੰਦੇ ਅਗਰ ਆਪਣੇ ਕੋਲੇ ਕੋਈ ਐਸਾ ਪੋਜ਼ਿਟਿਵ ਇੰਟੀਜ਼ਰ n ਐਗਜ਼ਿਸਟ ਕਰ ਜਾਂਦਾ ਹੈ ਸੱਚ ਦੈਟ a raised to power n equals to identity then a is said to have a finite order। मतलब कि अगर ਤੁਹਾਡੇ ਕੋਲ ਕੋਈ ਕਿਸੇ ਵੀ ਐਲੀਮੈਂਟ ਦੀ ਕੋਈ ਐਸੀ ਪਾਵਰ ਇੰਟੀਗਰਲ ਪਾਵਰ ਮਿਲ ਜਾਂਦੀ ਹੈ ਜਿਹਨੂੰ ਜੋ ਕਿ ਉਸ ਨੂੰ ਆਇਡੈਂਟੀਟੀ ਦੇ ਇਕੁਅਲ ਲੈ ਆਵੇ ਤਾਂ ਉਹਨੂੰ ਆਪਾਂ ਕਹਿ ਦਿੰਦੇ ਆ ਉਹਦਾ ਕਿ ਉਸ ਗਰੁੱਪ ਦਾ ਆਰਡਰ ਐਗਜ਼ਿਸਟ ਕਰਦਾ ਹੈ। ਠੀਕ ਹੈ। ਐਂਡ ਦ ਸਮੋਲੈਸਟ ਸੱਚ ਪੋਜ਼ਿਟਿਵ ਇੰਟੀਜਰ n with this property such that a raised to power n equals to identity is called the order of A denoted by OA। मतलब O means order of A। ठीक है। तो मीनस कि ए ਤਾਂ ਕੋਈ ਜ਼ਰੂਰੀ ਨਹੀਂ ਹੁੰਦਾ। ਹੁਣ ਤੁਸੀਂ ਦੇਖੋ ਪਾਵਰ ਜੇ ਮੰਨ ਲਓ ਕਿਸੇ ਐਲੀਮੈਂਟ ਨੂੰ ਕੋਈ ਪਾਵਰ ਜਿਹੜੀ ਹੈਗੀ ਉਹ ਆਇਡੈਂਟੀਟੀ ਬਣਾ ਰਹੀ ਹੈ ਤਾਂ ਉਹਦੇ ਜਿੰਨੇ ਵੀ ਮਲਟੀਪਲਸ ਹੋਣਗੇ ਉਹ ਸਾਰੇ ਉਹਨੂੰ ਆਇਡੈਂਟੀਟੀ ਬਣਾਉਣਗੇ। ठीक है ना। बट ਆਪਾਂ ਨੂੰ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਸਮੋਲੈਸਟ ਨੰਬਰ ਚਾਹੀਦਾ ਹੈ ਜਿਹੜਾ ਕਿ ਉਸਨੂੰ ਆਇਡੈਂਟੀਟੀ ਬਣਾਵੇ। ਤਾਂ ਜਿਹੜਾ ਸਭ ਤੋਂ ਸਮੋਲੈਸਟ ਇੰਟੀਜਰ ਹੈ ਜਿਹੜਾ A ਨੂੰ ਆਇਡੈਂਟੀਟੀ ਬਣਾ ਰਿਹਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਆਰਡਰ ਆਫ A। ਠੀਕ ਹੈ ਜੀ। ਜਿਵੇਂ ਇਹਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਲੈ ਸਕਦੇ ਹਾਂ। ਜਿਵੇਂ ਦੇਖੋ ਤੁਹਾਡੇ ਸਾਹਮਣੇ ਇੱਥੇ ਸੈਕਿੰਡ ਐਗਜ਼ਾਮਪਲ ਪਈ ਹੈ। ਸੈਕਿੰਡ ਐਗਜ਼ਾਮਪਲ ਦੇ ਵਿੱਚ ਇਹਦੇ ਵਿੱਚ ਤੁਸੀਂ ਇੱਕ ਗਰੁੱਪ ਲਿੱਤਾ ਹੋਇਆ 0 1 2 3 4 5 ਆਪਰੇਸ਼ਨ ਹੈਗਾ ਤੁਹਾਡੇ ਕੋਲੇ ਅੰਡਰ ਐਡੀਸ਼ਨ ਮੋਡ 6 ਦਾ। ਠੀਕ ਹੈ। ਇਹਦੇ ਵਿੱਚ ਜੇ ਤੁਸੀਂ 0 ਦਾ ਆਰਡਰ ਕੈਲਕੂਲੇਟ ਕਰੋ ਤਾਂ ਤੁਸੀਂ ਦੇਖੋ ਕਿ 0 ਨੂੰ ਆਪਾਂ ਕਿੰਨੀ ਵਾਰੀ ਐਡ ਕਰੀਏ ਕਿ ਹੁਣ ਦੇਖੋ ਅਗਰ ਆਪਾਂ 0 ਨੂੰ ਆਪਾਂ ਕਿੰਨੀ ਵਾਰੀ ਐਡ ਕਰੀਏ ਕਿ ਆਪਣੇ ਕੋਲੇ ਆਇਡੈਂਟੀਟੀ ਕੀ ਹੈ ਇਸ ਗਰੁੱਪ ਦੀ 0 ਨੂੰ ਕਿੰਨੀ ਵਾਰੀ ਐਡ ਕਰੀਏ ਕਿ 0 ਆ ਜਾਏ 1 ਟਾਈਮਸ। ਤਾਂ ਆਰਡਰ 0 ਦਾ ਕਿੰਨਾ ਹੋ ਗਿਆ 1। ਅੱਛਾ 1 ਨੂੰ ਕਿੰਨੇ ਟਾਈਮਸ ਐਡ ਕਰੀਏ ਕਿ 0 ਆ ਜਾਏ। ਹੁਣ ਦੇਖੋ 1 ਨੂੰ 0 ਬਣਾਉਣ ਵਾਸਤੇ ਉਹਨੂੰ ਮਿਨੀਮਮ 6 ਟਾਈਮਸ ਐਡ ਕਰਨਾ ਪਊਗਾ ਤਾਂ ਕਿ ਆਪਣੇ ਕੋਲੇ 6 ਆ ਜਾਵੇ ਤੇ 6 ਨੂੰ ਜਦੋਂ 6 ਨਾਲ ਡਿਵਾਈਡ ਕਰੀਏ ਤਾਂ ਰਿਮਾਈਂਡਰ 0 ਆ ਜਾਏ। ਦੇਖੋ ਕਿਵੇਂ, ਜਿਵੇਂ ਹੁਣ ਅੰਡਰ ਐਡੀਸ਼ਨ ਮੋਡ 6 ਦਾ ਜੋ ਆਪਰੇਟਰ ਹੈ ਆਪਰੇਸ਼ਨ ਹੈ ਆਪਣੇ ਕੋਲ। ਠੀਕ ਹੈ ਜੀ। ਤਾਂ 1 ਨੂੰ ਤੁਸੀਂ ਅਗਰ 6 ਟਾਈਮਸ ਐਡ ਕਰਦੇ ਹੋ ਤਾਂ 6 ਬਣ ਗਿਆ ਤੇ ਅੰਡਰ ਮੋਡਸ ਐਡੀਸ਼ਨ ਮੋਡ 6 ਦੇ ਅਕੋਰਡਿੰਗਲੀ ਇਹ ਜਿਹੜਾ ਹੈਗਾ ਤੁਹਾਡੇ ਕੋਲ ਇਕੁਇਵਲੈਂਟ ਟੂ 0 ਹੈ। ਠੀਕ ਹੈ ਨਾ। ਤਾਂ ਮੀਨਸ ਕਿ 1 ਨੂੰ ਤੁਹਾਨੂੰ ਮਿਨੀਮਮ ਕਿੰਨੇ ਟਾਈਮਸ ਐਡ ਕਰਨਾ ਪਿਆ 6 ਟਾਈਮਸ। ਤਾਂ 6 ਕੀ ਹੋ ਗਿਆ 1 ਦਾ ਆਰਡਰ ਹੋ ਗਿਆ। ਸੇਮ ਐਵੇਂ ਹੀ ਅਗਰ ਤੁਸੀਂ 2 ਨੂੰ ਮਿਨੀਮਮ ਕਿੰਨੇ ਟਾਈਮਸ ਐਡ ਕਰੀਏ ਕਿ ਆਪਣੇ ਕੋਲੇ 0 ਆ ਜਾਏ ਤਾਂ 2 ਨੂੰ ਮਿਨੀਮਮ ਤੁਸੀਂ 3 ਟਾਈਮਸ ਐਡ ਕਰੋਗੇ ਤਾਂ 6 ਬਣ ਜੂਗਾ। 6 ਦਾ ਰਿਮਾਈਂਡਰ ਕਿੰਨਾ ਆ ਗਿਆ 0। ਤਾਂ ਇਸ ਕਰਕੇ 2 ਦਾ ਆਰਡਰ ਕਿੰਨਾ ਆ ਗਿਆ 3। ਸੇਮ ਇਸੇ ਤਰੀਕੇ ਨਾਲ ਅਗਰ ਤੁਸੀਂ 3 ਨੂੰ 2 ਟਾਈਮਸ ਐਡ ਕਰਦੇ ਹੋ ਤਾਂ ਰਿਮਾਈਂਡਰ 0 ਆ ਜੂਗਾ ਮੀਨਸ ਆਇਡੈਂਟੀਟੀ ਬਣ ਜੂਗਾ। 4 ਨੂੰ 3 ਟਾਈਮਸ ਕਰਨਾ ਪਊਗਾ ਤੇ 5 ਨੂੰ 6 ਟਾਈਮਸ ਕਰਨਾ ਪਊਗਾ। ਇਸ ਤਰੀਕੇ ਨਾਲ ਤੁਸੀਂ ਗਰੁੱਪ ਦੇ ਹਰ ਇੱਕ ਐਲੀਮੈਂਟ ਦਾ ਆਰਡਰ ਫਾਈਂਡ ਆਊਟ ਕਰ ਸਕਦੇ ਹੋ ਕਿ ਮਿਨੀਮਮ ਆਪਾਂ ਉਸ ਐਲੀਮੈਂਟ ਨੂੰ ਕਿੰਨੇ ਵਾਰੀ ਆਪਰੇਟ ਕਰੀਏ ਕਿ ਉਹ ਆਇਡੈਂਟੀਟੀ ਦੇ ਇਕੁਅਲ ਆ ਜਾਵੇ। ਠੀਕ ਹੈ। ਅੱਛਾ ਇੱਕ ਗੱਲ ਹੋਰ ਆ ਜਾਂਦੀ ਹੈ ਅੰਡਰ ਜਦੋਂ ਆਪਾਂ ਕਿਸੇ ਐਡੀਸ਼ਨ ਦੀ ਗੱਲ ਕਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਉਹਨੂੰ ਕਿੰਨੇ ਵਾਰੀ ਐਡ ਕਰੀਏ। ਬਟ ਸੇਮ ਚੀਜ਼ ਜਦੋਂ ਆਪਾਂ ਮਲਟੀਪਲਾਈ ਦੇ ਵਿੱਚ ਲੈ ਕੇ ਆਉਂਦੇ ਹਾਂ ਫਿਰ ਆਪਾਂ ਦੇਖਦੇ ਹਾਂ ਕਿ ਉਹਨੂੰ ਕਿੰਨੇ ਵਾਰੀ ਮਲਟੀਪਲਾਈ ਕਰੀਏ ਕਿ ਉਹ ਆਇਡੈਂਟੀਟੀ ਦੇ ਇਕੁਅਲ ਆ ਜਾਏ। ਇਸੇ ਕਰਕੇ ਹੀ ਦੇਖੋ ਹੁਣ ਜਦੋਂ ਆਪਾਂ ਕਿਸੇ ਐਲੀਮੈਂਟ ਨੂੰ ਆਪਣੇ ਆਪ ਨਾਲ ਮਲਟੀਪਲਾਈ ਕਰ ਰਹੇ ਹਾਂ ਤਾਂ ਉਹ ਪਾਵਰ ਬਣ ਜਾਂਦੀ ਹੈ। ਜਦੋਂ ਆਪਾਂ ਕਿਸੇ ਐਲੀਮੈਂਟ ਨੂੰ ਆਪਣੇ ਆਪ ਨਾਲ ਐਡ ਕਰਦੇ ਹਾਂ ਤਾਂ ਉਹ ਮਲਟੀਪਲਾਈ ਦੇ ਵਿੱਚ ਆ ਜਾਂਦਾ। ਤਾਂ ਇੱਥੇ ਜਦੋਂ ਅੰਡਰ ਐਡੀਸ਼ਨ ਦੀ ਗੱਲ ਕਰਾਂਗੇ ਤਾਂ ਜਿਹੜਾ ਆਰਡਰ ਹੁੰਦਾ ਉਹ ਮਲਟੀਪਲਾਈ ਦੇ ਵਿੱਚ ਆਉਂਦਾ ਹੈ। ਬਟ ਜਦੋਂ ਅੰਡਰ ਮਲਟੀਪਲੀਕੇਸ਼ਨ ਆਪਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਆਰਡਰ ਹੁੰਦਾ ਉਹ ਪਾਵਰ ਦੇ ਵਿੱਚ ਆਉਂਦਾ ਹੈ। ਠੀਕ ਹੈ। ਇਹ ਅੰਡਰ ਮਲਟੀਪਲੀਕੇਸ਼ਨ ਕਰਦੇ ਹਾਂ, ਇਹ ਅੰਡਰ ਐਡੀਸ਼ਨ ਕਰਦੇ ਹਾਂ। ਠੀਕ ਹੈ ਜੀ। ਇਸ ਤਰੀਕੇ ਨਾਲ ਤੁਸੀਂ ਆਪਣੇ ਜਿਹੜੇ ਆਰਡਰਸ ਨੇ ਉਹ ਕੈਲਕੂਲੇਟ ਕਰ ਸਕਦੇ ਹੋ। ਫਿਰ ਆ ਜਾਂਦਾ ਹੈ ਕਿ ਇਫ ਦੇਅਰ ਡਜ਼ ਨਾਟ ਐਗਜ਼ਿਸਟ ਅ ਪੋਜ਼ਿਟਿਵ ਇੰਟੀਜਰ n ਸੱਚ ਦੈਟ a raised to power n equals to identity। मतलब कि अगर ਤੁਹਾਨੂੰ ਕਿਸੇ ਵੀ ਐਲੀਮੈਂਟ ਦੀ ਕੋਈ ਪੋਜ਼ਿਟਿਵ ਇੰਟੀਗਰਲ ਪਾਵਰ ਨਹੀਂ ਮਿਲਦੀ ਜਿਹੜੀ ਕਿ ਉਸਨੂੰ ਆਇਡੈਂਟੀਟੀ ਬਣਾ ਰਹੀ ਹੈ ਤਾਂ ਉਹ ਤੁਸੀਂ ਕਹਿ ਦੋਗੇ ਕਿ ਉਹ ਜਿਹੜਾ ਐਲੀਮੈਂਟ ਹੈ ਉਹ ਇਨਫਾਈਨਾਈਟ ਆਰਡਰ ਦਾ ਐਲੀਮੈਂਟ ਹੈ। ਠੀਕ ਹੈ। ਤਾਂ ਇਹਦੇ ਵਿੱਚ ਕੁਝ ਪੁਆਇੰਟਸ ਨੇ ਆਪਣੇ ਕੋਲ ਜਿਵੇਂ ਇਹ ਹੈਗਾ ਕਿ ਜਿਹੜੇ ਆਇਡੈਂਟੀਟੀ ਹੈ ਹੁਣ ਆਇਡੈਂਟੀਟੀ ਨੂੰ ਆਪਾਂ ਕਿੰਨੇ ਵਾਰੀ ਆਪਰੇਟ ਕਰੀਏ ਕਿ ਆਇਡੈਂਟੀਟੀ ਆ ਜੇ ਮਿਨੀਮਮ 1 ਟਾਈਮਸ ਦੀ ਲੋੜ ਹੈ ਨਾ ਆਪਾਂ ਨੂੰ ਕਿਉਂਕਿ ਉਹ ਖੁਦ ਆਪਣੇ ਆਪ ਦੇ ਵਿੱਚ ਇੱਕ ਆਇਡੈਂਟੀਟੀ ਹੈ। ਤਾਂ ਇਸ ਕਰਕੇ ਜੋ ਆਇਡੈਂਟੀਟੀ ਹੁੰਦੀ ਹੈ ਗਰੁੱਪ ਦੀ ਉਹਦਾ ਆਰਡਰ ਆਲਵੇਜ਼ 1 ਹੀ ਹੁੰਦਾ। ਠੀਕ ਹੈ।
ये मैं थोनों दस ही चुकी हाँ कि अंडर एडिशन जिहड़ी नोटेशन है वो एन ए हुंदी है ते अंडर मल्टीप्लीकेशन ए रेज़ टू पावर एन हुंदी। ठीक है जी। तो नैक्सट आ जाता है अपने कोल एक थ्योरम है, बहुत इंपॉर्टेंट थ्योरम है। ਇਹਦੇ ਵਿੱਚ ਕੀ ਹੈ कि अगर कोई ग्रुप फाइनाइट ऑर्डर ਦਾ है तो ਉਹਦੇ ਵਿੱਚ जिन्ने भी एलीमेंट ਹੋਣਗੇ ਉਹਨਾਂ ਸਾਰਿਆਂ ਦਾ ऑर्डर एग्जिस्ट करता ही करता है। ठीक है, ਉਹਦੇ ਵਿੱਚ कोई ऐ नहीं होगा कि कोई ऑर्डर एलीमेंट है जिहदा ऑर्डर इनफाइनाइट होगा। ठीक है, तो हुण ਇਹਦੇ प्रूफ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਹਦੀ ਇੱਕ ਹੋਰ ਸਟੇਟਮੈਂਟ ਹੈਗੀ ਆਪਣੀ ਬੁੱਕ ਦੇ ਵਿੱਚ, ਇਫ G be a finite group of order n then show that for any A belongs to G there exists some positive integer R such that R जो होएगा greater than equals to 1 and less than n such that A raised to power R equals to identity। ठीक है, तो हुण आपां ने प्रूफ करना है कि एक फाइनाइट ग्रुप दे विच हर एक एलीमेंट का ऑर्डर एग्जिस्ट करता है। तो उहदे लई आपां की कीता, एक ग्रुप लै लिया सपोज जिहदा ऑर्डर n है तो एक एलीमेंट कंसीडर कर लिया उस ग्रुप का, एनी आर्बीट्रेरी एलीमेंट तुसीं लै सकदे हो। फिर क्लोजर प्रॉपर्टी के अकॉर्डिंग ਜਦੋਂ ਹੁਣ ए कोई भी ग्रुप का एलीमेंट है तो ए ਦੀਆਂ ਜਿੰਨੀਆਂ ਵੀ ਪਾਵਰਸ ਹੋਣਗੀਆਂ ਉਹ ਸਾਰੀਆਂ ग्रुप ਨੂੰ ਬਿਲੋਂਗ ਕਰਨਗੀਆਂ। ਤਾਂ ਆਪਾਂ ਉਹਦੀਆਂ ਪਾਵਰਸ ਕੰਸੀਡਰ ਕਰ ਲਈਆਂ, ਜਿਵੇਂ ए रेज़ टू पावर 0, ए ਦੀ ਪਾਵਰ 1 2 3 अप टू n तक। ठीक है, अप टू n तक क्यों लिता, क्योंकि ऑर्डर ही n ਸੀਗਾ, ਆਪਾਂ n ਤੋਂ ਜ਼ਿਆਦਾ ਨਹੀਂ ਜਾ ਸਕਦੇ। ਹੁਣ ਦੇਖੋ ਜਦੋਂ ਆਪਾਂ 0 ਤੋਂ ਲੈ ਕੇ n ਤੱਕ ਪਾਵਰਸ ਲਿੱਤੀਆਂ ਤਾਂ ਇਹ ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਹੋ ਗਏ, n+1, ਬਿਕੋਜ਼ ਇਹਦੇ ਵਿੱਚ 0 ਵੀ ਐਡ ਹੋ ਗਿਆ। ठीक है, 1 तो लेके n तक n सीगे प्लस एक 0 हो गया तो n+1 एलीमेंट्स हो गए। बट अपने को G का ऑर्डर सी जो n सीगा, तो दैट मीनस इन्हां n+1 एलीमेंट्स दे विचों कोई भी दो एलीमेंट जिहड़े अपने को सेम होणगे। तो सपोज करो कि जिहड़े दो सेम ने वो हैगे ने AI एंड AJ, A रेज़ टू पावर J। तो अगर A रेज़ टू पावर I इक्वल टू A रेज़ टू पावर J है तो जिहड़े ये I ते J ने दोनों ही n तो छोटे होणगे, क्योंकि वो इन्हां दे विचों ही लए आपां कोई भी। फिर दोनों साइड ए रेज़ टू पावर -i पोस्ट मल्टीप्लाई किया तो वो जो लैफ्ट साइड है वो थोड़ी बन गई ए रेज़ टू पावर 0 तो राइट साइड बन गई ए रेज़ टू पावर j-i। ए रेज़ टू पावर 0 होगी आइडेंटिटी तो ए रेज़ टू पावर j-i हो गया आइडेंटिटी के इक्वल। तो हुण देखो जिहड़ा ए रेज़ टू पावर j-i है वो आइडेंटिटी बन गया। हुण आई तो जे दोवें n तो छोटे सी तो ओबवियसली इन्हां दा जो डिफरेंस है वो भी n तो छोटा होगा। तो मान लैंदे आ कि जिहड़ा j-i है वो r दे इक्वल है। ठीक है, तो हुण ये शो करना है कि जिहड़ा ए रेज़ टू पावर r है वो आइडेंटिटी बन चुकिया है। देखो तुहाडे कोल तां एक r एग्जिस्ट कर गया जिहड़ा कि आइडेंटिटी दे रहा है, प्लस जिहड़ा ये r है वो ग्रेटर दैन इक्वल्स टू 1 ते लैस दैन इक्वल टू n है। ठीक है जी, नैक्सट थ्योरम हैगी तुहाडे कोल, जी अगर कोई भी फाइनाइट ग्रुप है तो ए जी का कोई भी एलीमेंट है तो कहते कि ए रेज़ टू पावर m आइडेंटिटी होगा अगर n जिहड़ा हैगा वो m का डिवाइजर होगा। जिवें मैं तुहानूं पहलां भी दस्सिया सी कि अगर कोई नंबर किसी एलीमेंट नूं पावर लैके आइडेंटिटी बना रहा है तो उहदे जिन्ने भी मल्टीपल्स हुंदे आ वो सारे आइडेंटिटी बनाते हैं। तो इहदे विच आपां ने यही चीज़ शो करनी है कि अगर ए रेज़ टू पावर n आइडेंटिटी है तो ए रेज़ टू पावर m भी आइडेंटिटी होगा वेयर m इज़ अ मल्टीपल ऑफ n। ठीक है, तो हुण फस्टली आपां ये लैके चल पैंदे आ कि जे मान लो n m का डिवाइजर है तो अपने को ए का जो ऑर्डर है दैट इज़ n है ना। तो अगर n m का डिवाइजर है तो एक पॉजिटिव इंटीजर एग्जिस्ट करूगा क्यू सच दैट m इक्वल टू n क्यू। हुण ए रेज़ टू पावर m नूं आपां लिख सकते हैं ए रेज़ टू पावर n क्यू, तो इस नूं जदों दो पावर्स मल्टीप्लाई दे विच होण तां उन्हां नूं आपां इस तरीके नाल भी शो कर सकते हैं। हुण ए रेज़ टू पावर n की जो वैल्यू है वो अपने को आइडेंटिटी है बिकॉज ए का ऑर्डर कितना है n। तो ए रेज़ टू पावर क्यू कितना आ गया थोड़े को ई आ गया। प्रूफ हो गया कि ए रेज़ टू पावर m आइडेंटिटी बन गया। तो कन्वर्सली आप की शो कर सकते हैं कि अगर ए रेज़ टू पावर m आइडेंटिटी है तो ए का ऑर्डर n है तो शो करना है कि m n नूं डिवाइड करूगा, मल्टीप्लाई होगा सॉरी n डिवाइड करूगा m नूं। हुण बाय डिवीजन एल्गोरिदम लैमा मान लें कि फिलहाल अगर m जिहड़ा हैगा वो n का मल्टीपल नहीं हैगा तो कोई ना कोई रिमाइंडर आ जाऊगा। तो उन्होंने आप लै लिया कि m इक्वल टू n क्यू प्लस r। तो जिहड़े क्यू ते r ने वो इंटीजर होणगे तो जिहड़ा n है वो n तो r जिहड़ा हैगा वो n तो छोटा होगा। हुण जो आइडेंटिटी है वो अपने को ए रेज़ टू पावर m है, आप मान के चले हैं इत्थे है ना। तो m की वैल्यू अपने इत्थों ए वाली सबसीट्यूट करती n क्यू प्लस r, पावर ऐड ने तो आप उन्होंने मल्टीप्लाई दे विच करके अलग अलग लिख लिया। ए रेज़ टू पावर n रेज़ टू पावर क्यू डॉट ए रेज़ टू पावर r। ए रेज़ टू पावर n की है अपने को आइडेंटिटी बिकॉज ए का ऑर्डर n है अपने को, तो ये बन गया थोड़े को ए रेज़ टू पावर r। तो ए रेज़ टू पावर r इक्वल्स टू आइडेंटिटी आ गया। तो शो हो गया कि r जिहड़ा हैगा वो भी आइडेंटिटी दे गया कि जिहड़ा r सी वो n तो छोटा सी। तो इत्थे आपां कह रहे सी कि ए रेज़ टू पावर m भी आइडेंटिटी दे रहा है। ठीक है, तो जिहड़ा r n तो छोटा है ए का ऑर्डर n है
ਤਾਂ ਦੈਟ ਮੀਨਸ ਕਿ ਜਿਹੜਾ ਆਰ ਹੈ ਉਹ n ਤੋਂ ਛੋਟਾ ਨਹੀਂ ਹੋ ਸਕਦਾ, ਤੇ ਆਰ ਦੀ ਪੋਸੀਬਿਲਿਟੀ ਹੈ ਕਿ ਜਾਂ ਤਾਂ ਉਹ n ਤੋਂ ਛੋਟਾ ਹੋਊਗਾ ਜਾਂ ਫਿਰ ਉਹ 0 ਦੇ ਇਕੁਅਲ ਹੋਊਗਾ। ਠੀਕ ਹੈ, ਤਾਂ ਇਸ ਕਰਕੇ ਆਰ ਦੀ ਜੋ ਵੈਲਿਊ ਉਹ ਇਕੁਅਲ ਟੂ 0 ਆ ਗਈ, ਤੇ m ਕੀ ਆ ਗਿਆ, n ਦਾ ਮਲਟੀਪਲ ਵੈਨ n ਇਜ਼ ਡਿਵਿਜ਼ੀਬਲ ਬਾਈ m। ਤਾਂ ਸ਼ੋ ਹੋ ਗਿਆ ਕਿ ਅਗਰ a raised to power m ਇਕੁਅਲਸ ਟੂ ਆਇਡੈਂਟੀਟੀ ਹੈ ਤਾਂ ਓਬਵੀਅਸਲੀ ਹੈ ਕਿ n ਇਜ਼ ਅ ਡਿਵਾਈਜ਼ਰ ਆਫ m। ਠੀਕ ਹੈ ਜੀ, ਇਹ ਥਿਊਰਮਸ ਆਪਣੀਆਂ ਬਹੁਤ ਇੰਪੋਰਟੈਂਟ ਨੇਗੀਆਂ, ਮੋਸਟਲੀ ਐਗਜ਼ਾਮਸ ਦੇ ਵਿੱਚ ਆ ਜਾਂਦੀਆਂ ਨੇ। ਇਹਨੂੰ ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਕਰਨਾ ਹੈ। ਠੀਕ ਹੈ, ਅਗਰ ਕਿਸੇ ਦਾ ਕੋਈ ਵੀ ਡਾਊਟ ਹੁੰਦਾ ਹੈ ਤਾਂ ਨਾਲ ਦੀ ਨਾਲ ਕਲੀਅਰ ਕਰ ਲਿਓ। ਓਕੇ।